आद झूठ जुगाद झूठ है भी झूठ रहना भी झूठ। फिर वड्डी चीज़ जिवें योगराज ने कीता गुरबाणी दीआं पंक्तियां नूं तोड़ मरोड़ के अपने मुताबिक पेश करते हैं। जदों किते जे कोई माड़ा बंदा बोल दे असीं डांगा चक लैंदे आ ते जे कोई तगड़ा बोल दे फिर असीं ते पर्दा पाउण लग जांदे आ। क्यों? साडे सामने भी आऊगा तां भी गुट्टो फड़ के सवाल करांगे। ਇੱਥੇ ਤੁਹਾਨੂੰ ਬਾਈਟਾਂ ਬੜੀਆਂ ਗਰਮ ਗਰਮ ਦੇਣਗੇ, ਉਹ ਤਾਂ ਮੋਦੀ ਦਾ ਸਿਰ ਲਾਉਣ ਤੱਕ ਜਾਣਗੇ। ਕਈ ਮੈਂ ਦੇਖੇ ਨੇ ਉਹ ਕਿਸੇ ਨੂੰ ਨੀਵਾਂ ਵਿਖਾਉਣ ਵਾਸਤੇ ਗੁਰਬਾਣੀ ਕੋਈ ਪੰਕਤੀ ਜਾ ਕੇ ਕੋਟ ਕਰ ਦਿੰਦੇ ਨੇ, ਜਿਹੜਾ ਬੜਾ ਮੰਦਭਾਗਾ ਤੇ ਹੋਣਾ ਨਹੀਂ ਚਾਹੀਦਾ। ਕਹਿ ਦਿੰਦੀ ਕਿਹੜੀ ਗੱਲ ਆ, 1.5 GB ਡਾਟਾ ਮਿਲਦਾ, ਜੋ ਮਰਜ਼ੀ ਲਿਖੀ ਜਾਓ। ਸਵਾਦ ਇਹ ਵੀ ਡਾਂਗ ਲੈ ਕੇ ਖੜ੍ਹਦਾ ਕਿਹੜੀ ਜ਼ਰੂਰਤ ਆ। ਅਗਲੇ ਬੰਨੇ 500 ਬੰਦਾ ਡਾਂਗਾ ਲੈ ਖੜੇ ਨਾ, ਪਿਛਲੇ ਬੰਨੇ 5 ਲੜਨ ਵਾਲੇ ਖੜੇ ਹੋਣ, ਉਦੋਂ ਪਤਾ ਲੱਗਦਾ ਕਿਹੜਾ ਖੜਦਾ ਕਿਹੜਾ ਭੱਜਦਾ। ਬਾਲੀਵੁੱਡ ਸਟਾਰ ਯੁਵਰਾਜ ਸਿੰਘ ਦਾ ਇੱਕ ਵੀਡੀਓ ਜੋ ਕਿ ਸਾਹਮਣੇ ਆ ਰਿਹਾ, ਜਿਸ ਵਿੱਚ ਉਹਨਾਂ ਵੱਲੋਂ ਜਿਹੜਾ ਆ ਤੁਕ ਜਿਹੜੀ ਆ ਗਲਤ ਬੋਲੀ ਜਾ ਰਹੀ ਹੈ। ਹਾਲਾਂਕਿ ਕਾਫੀ ਵਿਵਾਦ ਜਿਹੜਾ ਆ ਪਹਿਲੋਂ ਵੀ ਯੁਵਰਾਜ ਸਿੰਘ ਦੇ ਨਾਲ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਹੈ, ਔਰ ਲਗਾਤਾਰ ਇੱਕ ਵਾਰ ਫਿਰ ਤੋਂ ਜਿਹੜਾ ਹੈ ਯੁਵਰਾਜ ਸਿੰਘ ਜਿਹੜੇ ਨੇ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ। ਭਾਈ ਸਾਹਿਬ, ਲਗਾਤਾਰ ਹੀ ਯੁਵਰਾਜ ਸਿੰਘ ਦੇ ਜਿਹੜੇ ਵੱਲੋਂ ਜਿਹੜੀ ਕੋਈ ਤੁਕ ਬੋਲੀ ਗਈ, ਬੜੀ ਗਲਤ ਬੋਲੀ ਗਈ ਹੈ। ਗੁਰੂ ਸਾਹਿਬਾਨ ਨੇ ਸਾਨੂੰ ਇੱਕ ਮੱਤ ਬਖਸ਼ੀ ਹੈ, ਲੇਕਿਨ ਉਹ ਤੋਂ ਬਿਲਕੁਲ ਜਿਹੜਾ ਹੈਗਾ ਉਲਟੇ ਤੌਰ ਤੇ ਜਿਹੜਾ ਉਹ ਬੋਲ ਰਹੇ ਨੇ। ਕੀ ਕਹਿਣਾ ਚਾਹੋਗੇ ਇਸ ਮਾਮਲੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਖੋ ਗੱਲ ਪਤਾ ਕੀ ਹੈ ਜੀ, ਵੀ ਇਹ ਲੋਕ ਜਿਹੜੇ ਨੇ ਫੋਕੀ ਪਬਲਿਸਿਟੀ ਦੇ ਵਾਸਤੇ, ਆਪਣੀ ਵਾਹ ਦੇ ਵਾਸਤੇ ਬੋਲਣ ਲੱਗਿਆ ਨਹੀਂ ਵੇਖਦੇ। ਹੁਣ ਕਈਆਂ ਨੇ ਸ਼ਾਇਦ ਇੱਥੇ ਸਵਾਲ ਕਰਨਾ ਜੀ ਫਿਰ ਕੀ ਹੋ ਗਿਆ, ਮੂੰਹ ਦੇ ਵਿੱਚੋਂ ਗੱਲ ਨਿਕਲ ਜਾਂਦੀ ਆ, ਮੈਟਰ ਨਹੀਂ ਕਰਦਾ, ਗੱਲ ਨਿਕਲ ਜਾਂਦੀ ਆ। ਗੱਲ ਕੀ ਨਿਕਲ ਰਹੀ ਆ? ਪਹਿਲੀ ਗੱਲ ਤਾਂ ਇਹ ਵੀ ਤੁਸੀਂ ਜਿਸ ਮਸਲੇ ਤੇ ਬੈਠੇ ਹੋ ਤੁਸੀਂ ਉਹਦੀ ਗੱਲ ਕਰੋ ਕਿ ਉੱਥੇ ਗੁਰਬਾਣੀ ਦੀ ਵਰਤੋਂ ਕਰਨਾ ਹੀ ਜਿਹੜਾ ਵਾ ਸਭ ਤੋਂ ਵੱਡਾ ਅਪਮਾਨ ਆ। ਜੇ ਇੱਥੇ ਬੇਅਦਬੀ ਦੀ ਗੱਲ ਕਰਦੇ ਹਾਂ ਨਾ ਅਸੀਂ, ਬੇਅਦਬੀ ਹੋ ਰਹੀ ਆ, ਇਹ ਵੀ ਬੇਅਦਬੀ ਸਭ ਤੋਂ ਵੱਡੀ ਆ ਕਿ ਤੁਸੀਂ ਗੱਲ ਕਿਸੇ ਚਵਲ ਜੇ ਨੇਤਾ ਦੀ ਕਰ ਰਹੇ ਹੁੰਦੇ ਹੋ ਤੇ ਉੱਥੇ ਤੁਸੀਂ ਗੁਰਬਾਣੀ ਦੀ ਵਰਤੋਂ ਕਰ ਦਿੰਦੇ ਹੋ। ਇਕੱਲੇ ਯੋਗਰਾਜ ਦੀ ਉਹ ਗੱਲ ਨਹੀਂ ਮੈਂ ਕਰਦਾ, ਮੈਂ ਤਾਂ ਹਰ ਉਸ ਮਨੁੱਖ ਦੀ ਕਰਦਾ ਜਿਹੜਾ ਗੁਰਬਾਣੀ ਦੀ ਵਰਤੋਂ ਕਰਦਾ ਆਪਣੇ ਨਿੱਜੀ ਮੁਫਾਦਾਂ ਦੇ ਵਾਸਤੇ। ਫਿਰ ਗੁਰਬਾਣੀ ਦੀ ਵਰਤੋਂ ਕਰਨ ਵਾਸਤੇ ਢੁਕਵਾਂ ਸਮਾਂ ਹੋਣਾ ਜ਼ਰੂਰੀ ਆ। ਤੁਸੀਂ ਕਿਸ ਪਰਪਸ ਨਾਲ ਗੱਲ ਕਰ ਰਹੇ ਹੋ ਇਹ ਮੈਟਰ ਕਰਦਾ। ਤੇ ਪਰ ਇਹ ਲੋਕ ਜਿਹੜੇ ਨੇ ਬੋਲਣ ਤੋਂ ਪਹਿਲਾਂ ਸੋਚਦੇ ਨਹੀਂ, ਇਹ ਸਮਝਦੇ ਨਹੀਂ ਅਸੀਂ ਬੋਲ ਕੀ ਰਹੇ। ਫਿਰ ਵੱਡੀ ਚੀਜ਼ ਜਿਵੇਂ ਯੋਗਰਾਜ ਨੇ ਕੀਤਾ ਗੁਰਬਾਣੀ ਦੀਆਂ ਪੰਕਤੀਆਂ ਨੂੰ ਤੋੜ ਮਰੋੜ ਕੇ ਆਪਣੇ ਮੁਤਾਬਕ ਪੇਸ਼ ਕਰਦੇ ਨੇ। ਬਹੁਤੇ ਨੇਤਾ ਵੇਖੇ ਨੇ ਮੈਂ ਸਟੇਜਾਂ ਦੇ ਉੱਤੇ, ਪਿੱਛੇ ਜੇ ਕਾਫੀ ਲੋਕ ਸੀਗੇ, ਕਾਂਗਰਸ ਦੇ ਬੰਦੇ ਵੀ ਸੀ, ਅਕਾਲੀਆਂ ਦੇ, ਆਮ ਆਦਮੀ ਪਾਰਟੀ ਦੇ, ਸਾਰੇ ਹੀ ਨੇ, ਭਾਜਪਾ ਵਾਲੇ ਵੀ, ਜਿਹੜੇ ਵੀ ਜਿਸ ਤਰ੍ਹਾਂ ਦੇ ਜੀ ਇਹਨਾਂ ਦਾ ਕਰਦਾ ਨਾ ਉਸ ਤਰ੍ਹਾਂ ਹੀ ਬੋਲ ਦਿੰਦੇ। ਬਾਅਦ 'ਚ ਵੀ ਸਾਡੇ ਕੋਲ ਜੀ ਮੂੰਹ 'ਚੋਂ ਨਿਕਲ ਗਿਆ, ਗਲਤੀ ਹੋ ਗਈ, ਫਿਰ ਮਾਫੀ ਮੰਗ ਲੈਂਦੇ ਨੇ। ਫਿਰ ਕੌਮ ਦਾ ਦਿਲ ਬਹੁਤ ਵੱਡਾ, ਕੌਮ ਮਾਫ ਕਰ ਦਿੰਦੀ ਆ। ਪਰ ਸਾਡੇ 'ਚ ਕਮਜ਼ੋਰੀ ਇਹ ਵੀ ਅਸੀਂ ਜਿਹੜਾ ਮਾਫ ਕਰ ਦਿੰਦੇ ਆ। ਸਾਡੇ 'ਚ ਇੱਕ ਜਿਹੜਾ ਸਿਸਟਮ ਹੋਣਾ ਚਾਹੀਦਾ ਕਿ ਜਿਹੜਾ ਦੋਸ਼ੀ ਆ ਕਿਸੇ ਵੀ ਤਰ੍ਹਾਂ ਦਾ, ਚੋਰੀ ਕਹਿੰਦੇ ਕੱਖ ਦੀ ਵੀ ਹੁੰਦੀ ਆ, ਲੱਖ ਦੀ ਵੀ ਹੁੰਦੀ ਆ। ਫਿਰ ਅਗਲੇ ਬੰਨੇ ਬੋਲਣ ਵਾਲਾ ਕੌਣ ਹੈ ਇਹ ਵੀ ਮੈਟਰ ਕਰਦਾ। ਵੀ ਜਦੋਂ ਕਿਤੇ ਜੇ ਕੋਈ ਮਾੜਾ ਬੰਦਾ ਬੋਲ ਦੇ ਅਸੀਂ ਡਾਂਗਾ ਚੱਕ ਲੈਂਦੇ ਆ, ਤੇ ਜੇ ਕੋਈ ਤਗੜਾ ਬੋਲ ਦੇ ਫਿਰ ਅਸੀਂ ਤੇ ਪਰਦਾ ਪਾਉਣ ਲੱਗ ਜਾਂਦੇ ਆ। ਕਿਉਂ? ਗੁਰੂ ਸਾਹਿਬ ਦਾ ਸਤਿਕਾਰ ਉਹਦੇ ਵਾਸਤੇ ਵੱਖਰਾ, ਉਹਦੇ ਵਾਸਤੇ ਵੱਖਰਾ ਨਹੀਂ। ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਲੋਕ ਬੋਲ ਰਹੇ ਨੇ ਕੀ ਬੋਲ ਰਹੇ ਨੇ, ਉਹਨਾਂ ਗੱਲਾਂ ਦਾ ਮਤਲਬ ਕੀ ਨਿਕਲਦਾ ਵਾ। ਫਿਰ ਜੇ ਬੋਲ ਰਹੇ ਨੇ, ਜੇ ਤੁਹਾਡੇ ਮੂੰਹ 'ਚੋਂ ਉਸ ਸਮੇਂ ਅਲਫਾਜ਼ ਨਿਕਲ ਗਏ, ਐਗਜ਼ਾਮਪਲ ਨਿਕਲ ਗਏ, ਕੀ ਤੁਸੀਂ ਵੇਲੇ ਇੰਨੀ ਸੋਝੀ ਨਹੀਂ ਹੈਗੀ ਵੀ ਉਸੇ ਵੇਲੇ ਮਾਫੀ ਮੰਗੋ ਔਨ ਦੀ ਸਪੋਟ? ਮੈਂ ਦੇਖ ਰਿਹਾ ਵਾਂ ਵਾਈਟ ਦੇ ਵਿੱਚ ਉਹਨੂੰ ਪਿੱਛੋਂ ਜਦੋਂ ਉਹਨੇ ਬੋਲਿਆ, ਪਤਾ ਨਹੀਂ ਚਿਹਰਾ ਨਹੀਂ ਆਇਆ, ਪਰ ਉਸ ਬੰਦੇ ਨੇ ਉਹਨੂੰ ਬਾਂਹ ਫੜ ਕੇ ਝੰਜੋੜਿਆ ਸ਼ਾਇਦ, ਕਿ ਉਹਨੂੰ ਸ਼ਾਇਦ ਮਹਿਸੂਸ ਕਰਾਉਣ ਦੀ ਕੋਸ਼ਿਸ਼, ਸ਼ਾਇਦ ਮੂੰਹ ਨਾ ਕਹਿ ਸਕਿਆ ਹੋਵੇ, ਕੋਈ ਡਰ ਹੋਵੇ ਉਹਨੂੰ, ਉਹਦੀ ਕਾਣੋ ਹੋਊਗੀ, ਉਹਨੂੰ ਹੋਊ ਕਾਣੋ, ਸਾਨੂੰ ਉਹਦੀ ਕੋਈ ਕਾਣੋ ਨਹੀਂ। ਅਸੀਂ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਹਾਂ। ਸਾਡੇ ਸਾਹਮਣੇ ਵੀ ਆਊਗਾ ਤਾਂ ਵੀ ਗੁੱਟੋ ਫੜ ਕੇ ਸਵਾਲ ਕਰਾਂਗੇ। ਈਵਨ ਇਕੱਲਾ ਯੋਗਰਾਜ ਨਹੀਂ, ਕੋਈ ਵੀ ਜਿੰਨੇ ਕੁ ਸਾਡੇ 'ਚ ਗੁਰੂ ਸਾਹਿਬ ਨੇ ਸਮਰੱਥਾ ਬਖਸ਼ੀ ਆ, ਅਸੀਂ ਸਵਾਲ ਕਰਦੇ ਹਾਂ। ਸੋ ਸਵਾਲ ਕਰਨ ਦਾ ਨਾਲ ਇਹ ਵੀ ਚੀਜ਼ ਆ, ਬੰਦਾ ਇੱਕ ਵੱਡੇ ਅਹੁਦੇ 'ਤੇ ਬੈਠੇ ਹੋ, ਸੈਲੀਬ੍ਰਿਟੀ ਹੋ, ਤੁਹਾਡੇ ਮੂੰਹ 'ਚੋਂ ਨਿਕਲੀ ਗੱਲ ਮੈਟਰ ਕਰਦੀ ਆ। ਹੁਣ ਦੀ ਕਲਿੱਪ ਕੱਢ ਕੇ ਵਾਇਰਲ ਹੋਈ ਵੀ ਆ ਨੈੱਟ ਦੇ ਉੱਤੇ, ਸਾਰੇ ਪੋਸਟਾਂ ਦਾ ਪਾ ਰਹੇ ਨੇ, ਪਰ ਕੀ ਅਸੀਂ ਉਹਨੂੰ ਸਵਾਲ ਕਰ ਰਹੇ ਹਾਂ? ਮੈਂ ਉਹਨੂੰ ਫੋਨ ਵੀ ਕਰਨ ਦੀ ਕੋਸ਼ਿਸ਼ ਕਰੀ ਸੀਗੀ, ਉਹਨਾਂ ਦੇ ਕੋਈ ਜਿਹੜੇ ਥੱਲੇ ਵਾਲੇ ਪਰਸਨ ਸੀ ਉਹਨਾਂ ਨਾਲ ਗੱਲ ਹੋਈ ਆ, ਸਫਾਈਆਂ ਦਿੱਤੀਆਂ ਜਾ ਰਹੀਆਂ ਨੇ ਜੀ, ਮੂੰਹ 'ਚੋਂ ਗੱਲ ਨਿਕਲ ਜਾਂਦੀ ਆ, ਮੂੰਹ 'ਚੋਂ ਗੱਲ ਨਿਕਲ ਜਾਂਦੀ ਹੈ ਗਲਤ। ਲੇਕਿਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਹੀ ਕੋਈ ਗਲਤ ਨਿਕਲਦੀਆਂ ਨੇ, ਹੋਰ ਕੋਈ ਕਿਸ ਪਾਸੇ ਕਿਉਂ ਨਹੀਂ ਨਿਕਲ ਪਾਉਂਦੀ? ਇਹੋ ਤੇ ਰੋਣਾ ਵਾ ਜੇ ਬੇਅਦਬੀ ਹੁੰਦੀ ਆ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੀ। ਜੇ ਬੇਅਦਬੀ ਕਰਨ ਵਾਲੇ ਬਹੁਤੇ ਮਾਨਸਿਕ ਬਿਮਾਰ ਨਿਕਲ ਜਾਂਦੇ ਨੇ, ਜਾਂ ਫਿਰ ਉਹ ਗਲਤੀਆਂ ਹੋ ਜਾਂਦੀਆਂ ਨੇ ਜੀ, ਗਲਤੀ ਹੋ ਗਈ ਜੀ ਮਾਫ ਕਰ ਦਿਓ ਜੀ, ਪਰ ਸਿਰਫ ਗੁਰਬਾਣੀ ਤੇ ਗੁਰੂ ਸਾਹਿਬ ਗ੍ਰੰਥ ਸਾਹਿਬ ਹੀ ਕਿਉਂ? ਇਹ ਵੀ ਕਿਤੇ ਲੱਗਦੇ ਬੜਾ ਮੈਟਰ ਕਰਦਾ। ਇੱਕ ਬੰਨੇ ਉਹ ਬਾਬਾ ਦੀਪ ਸਿੰਘ ਦਾ ਸਪੁੱਤਰ ਕਹਿੰਦੇ ਨੇ ਆਪਣੇ ਆਪ ਨੂੰ ਯੋਗਰਾਜ ਸਾਹਿਬ, ਤੇ ਇੱਕ ਬੰਨੇ ਜਿਹੜੀ ਆ ਉਹ ਇਸ ਤਰੀਕੇ ਦੀ ਗੱਲ ਕਰਕੇ ਤੇ ਫਿਰ ਗਲਤੀ ਵੀ ਨਹੀਂ ਮੰਨਦੇ, ਹਜੇ ਤੱਕ ਕੋਈ ਸਪਸ਼ਟੀਕਰਨ ਨਹੀਂ ਆਇਆ। ਕਹਿੰਦੇ ਬਾਬਾ ਦੀਪ ਸਿੰਘ ਦੇ ਸਪੁੱਤਰ ਮੰਨਦੇ ਨੇ, ਲੇਕਿਨ ਜਿਸ ਦਿਨ ਤੁਹਾਡੇ ਤੇ ਲਾਠੀ ਚਾਰਜ ਹੋਇਆ ਸੀਗਾ ਉੱਥੇ ਹੀ ਮੌਜੂਦ ਸੀਗੇ, ਲਾਗੋਂ ਨੰਗੇ ਨੇ, ਕਿਸੇ ਵੱਲੋਂ ਵੀ ਉਹਨਾਂ ਸਿੱਖ ਜਥੇਬੰਦੀਆਂ ਦਾ ਸਾਥ ਨਹੀਂ ਦਿੱਤਾ ਗਿਆ। ਕੀ ਲੱਗਦਾ ਨਹੀਂ ਆ ਕਿ
ਦੋਹਰੀ ਜਿਹੜਾ ਚਿਹਰਾ ਜਾਂ ਦੋਹਰਾ ਚਿਹਰਾ ਵਾ ਸਾਹਮਣੇ? ਭਾਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਬਹੁਤੇ ਨਾ ਸਾਡੇ ਵੀਰ ਕਿਸਾਨ ਜਥੇਬੰਦੀਆਂ ਦਾ ਮੈਂ ਦੇਖਿਆ ਵੀ ਜਿਵੇਂ ਆ ਕਿਸਾਨ ਮੁੱਦੇ ਉੱਠੇ ਸੀ ਤੇ ਸੈਲੀਬ੍ਰਿਟੀਆਂ ਬੜੇ ਫਿਲਮਾਂ ਦੇ ਹੀਰੋ ਤੇ ਗਾਇਕ ਜਿਹੜੇ ਸੀਗੇ ਉਹ ਉੱਠੇ ਇੱਕਦਮ ਉਭਾਰ ਜਿਹਾ ਹੋਇਆ ਸੀ ਕੁਝ ਸਮੇਂ ਵਾਸਤੇ, ਫੋਟੋਆਂ ਕਰਾ ਕੇ ਵੀਡੀਓ ਬਣਾ ਕੇ ਬਾਅਦ ਚ ਮੈਂ ਨਹੀਂ ਵੇਖੇ ਕੁਝ ਚਾਂਦਕ ਜਿਹੜੇ ਜ਼ਮੀਰ ਜਾਗਦੀ ਵਾਲੇ ਖੜੇ ਨੇ। ਇਹ ਲੋਕ ਜਿਹੜੇ ਨੇ ਇਹ ਸਿਰਫ ਪਬਲਿਸਿਟੀ ਵਾਸਤੇ ਕਰਨ ਵਾਲੇ ਕੰਮ ਨੇ, ਵੀ ਪਬਲਿਸਿਟੀ ਵਾਸਤੇ ਕੋਈ ਬਿਆਨ ਦੇ ਦਿੱਤਾ। ਜਿਵੇਂ ਮੈਂ ਅੱਜ ਕੱਲ੍ਹ ਬਹੁਤੇ ਸਾਡੇ ਵਾਲੇ ਵੀ ਵੇਖਦਾ ਵਾਂ ਵੀ ਇੱਥੇ ਤੁਹਾਨੂੰ ਬਾਈਟਾਂ ਬੜੀਆਂ ਗਰਮ ਦੇਣਗੇ, ਉਹ ਤਾਂ ਮੋਦੀ ਦਾ ਸਿਰ ਲਾਉਣ ਤੱਕ ਜਾਣਗੇ। ਜਦੋਂ ਖੜਨ ਦੀ ਗੱਲ ਆਉਂਦੀ ਆ, ਡਾਂਗ ਲੈ ਕੇ ਖੜਨ ਦੀ ਗੱਲ ਆਉਂਦੀ ਆ, ਉਦੋਂ ਫਿਰ ਭੱਜਦੇ ਵੀ ਬੜੇ ਵੇਖੇ ਨੇ। ਸੋ ਕਿਤੇ ਨਾ ਕਿਤੇ ਸਾਨੂੰ ਦੋਹਰਾ ਕਿਰਦਾਰ ਜਿਹੜਾ ਨਾ ਉਹ ਨਹੀਂ ਕਰਨ ਦੀ ਲੋੜ। ਅਸੀਂ ਜੋ ਹਾਂ ਉਹ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੀਏ, ਜੋ ਸੱਚ ਬੋਲ ਸਕਦੇ ਹਾਂ ਤਾਂ ਬੋਲੀਏ, ਨਹੀਂ ਬੋਲ ਸਕਦੇ ਤਾਂ ਫਿਰ ਅਸੀਂ ਦੋਹਰੇ ਕਿਰਦਾਰ ਦੋ ਮੂੰਹੇ ਚਿਹਰੇ ਨਾ ਬਣਾਈਏ। ਸੋ ਯੋਗਰਾਜ ਹੁਣੀ ਜਿਹੜੇ ਨੇ ਉਹ ਕਿਸਾਨਾਂ ਨਾਲ ਬਹਿੰਦੇ ਨੇ, ਗਰਮ ਗੱਲਾਂ ਕਰਦੇ ਨੇ, ਪਰ ਕੀ ਸਰਕਾਰ ਦੇ ਵਿਰੁੱਧ ਡਾਟ ਕੇ ਖੜਨਗੇ ਜਦੋਂ ਸਮਾਂ ਆਊਗਾ? ਪਰ ਨਹੀਂ, ਕਿਉਂਕਿ ਕਿਤੇ ਨਾ ਕਿਤੇ ਹੱਥ ਡੋਕੇ ਵੀ ਤਾਂ ਹੈਗੇ ਆ ਨਾ, ਅਸੀਂ ਉਹਨਾਂ ਦੇ ਅਨੁਸਾਰ ਚੱਲਣ ਵਾਲੇ ਵੀ ਤਾਂ ਹੈਗੇ ਆ ਤੇ ਬਹੁਤਾਂ 'ਚ ਆਪਾਂ ਜਾਣਦੇ ਆ ਵੀ ਕੀ ਸਿਸਟਮ ਹੁੰਦਾ ਵਾ, ਕਿਵੇਂ ਬਣਾਇਆ ਜਾਂਦਾ ਵਾ, ਸਾਰਾ ਕੁਝ ਆਪਾਂ ਨੂੰ ਪਤਾ। ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਗਾਇਕ ਵਾੜੇ ਗਏ, ਅਖਾੜੇ ਵਾੜੇ ਗਏ, ਕਿਵੇਂ ਆਪਰੇਸ਼ਨ ਡੋਮੀਨੋਜ਼ ਦੇ ਨਾਂ ਦੇ ਉੱਤੇ, ਤਾਂ ਤੁਸੀਂ ਜਾਣਦੇ ਹੋ ਸਾਰਾ ਕੁਝ। ਸੋ ਇਹਨਾਂ ਲੋਕਾਂ ਨੂੰ ਚਾਹੀਦਾ, ਜੇਕਰ ਚਲੋ ਗਲਤੀ ਹੋ ਗਈ ਆ ਤੇ ਗਲਤੀ ਦਾ ਪਛਤਾਤਾਪ ਕੀਤਾ ਜਾਂਦਾ ਵਾ, ਗਲਤੀ ਦੀ ਮਹਿਸੂਸ ਕੀਤੀ ਜਾਂਦੀ ਤੇ ਮੰਨੀ ਜਾਂਦੀ ਆ, ਪਰ ਹਜੇ ਤੱਕ ਉਹਨਾਂ ਵੱਲੋਂ ਕੋਈ ਸਪਸ਼ਟੀਕਰਨ ਤੱਕ ਵੀ ਨਹੀਂ ਆਇਆ। ਤੁਸੀਂ ਜਦੋਂ ਰੀਚ ਕਰਨ ਦੀ ਜਾਂ ਮਿਲਣ ਦੀ ਗੱਲ ਕੀਤੀ ਜਾਂ ਫੋਨ ਕੀਤਾ, ਕਿਆ ਤੁਸੀਂ ਉਹਨਾਂ ਨੂੰ ਇੱਥੇ ਬੁਲਾ ਸਕਦੇ ਹੋ ਜਾਂ ਅਕਾਲ ਤਖਤ ਸਾਹਿਬ ਤੇ ਉਹਨਾਂ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ? ਹਾਲਾਂਕਿ ਸਾਬਤ ਸੂਰਜ ਸਿੱਖ ਦੀ ਨਹੀਂ ਸ਼ਿਕਾਇਤ ਕੀਤੀ ਜਾ ਸਕਦੀ, ਲੇਕਿਨ ਕਿਤੇ ਨਾ ਕਿਤੇ ਬੜੇ ਵੱਡੇ ਜਿਹੜੇ ਇੱਕ ਚਿਹਰਾ ਨੇ, ਉਹ ਬਾਲੀਵੁੱਡ ਦੇ ਵੀ ਬਾਲੀਵੁੱਡ ਦੇ ਵੀ ਬੜੇ ਵੱਡੇ ਚਿਹਰੇ ਨੇ, ਕਿ ਉਹਨਾਂ ਦੀ ਸ਼ਿਕਾਇਤ ਕੀਤੀ ਜਾ ਸਕਦੀ? ਦੇਖੋ, ਮੈਨੂੰ ਪਹਿਲਾਂ ਤਾਂ ਇਹ ਲੱਗਦਾ ਕਿ ਜੇ ਉਹ ਆਪਣੇ ਆਪ ਨੂੰ ਸੱਚੀ ਦਸਮ ਪਾਤਸ਼ਾਹ ਦਾ ਪੁੱਤ ਮੰਨਦੇ ਨੇ, ਬਾਬਾ ਦੀਪ ਸਿੰਘ ਦਾ ਜਿਵੇਂ ਆਪਣੇ ਆਪ ਨੂੰ ਸਪੁੱਤਰ ਕਹਿੰਦੇ ਨੇ, ਸ਼ਹੀਦ ਸਿੰਘ ਦਾ, ਉਹਨਾਂ ਨੂੰ ਖੁਦ ਇਹ ਮਹਿਸੂਸ ਕਰਨਾ ਚਾਹੀਦਾ ਸੀ, ਉਸੇ ਸਮੇਂ ਅਪੋਲੋਜਾਈਜ਼ ਕਰਨਾ ਚਾਹੀਦਾ ਸੀ। ਪਰ ਚਲੋ ਜੇ ਉਹ ਸਮਾਂ ਲੰਘ ਗਿਆ, ਹੁਣ ਵੀ ਅਜੇ ਵੀ ਸੰਗਤ ਦੇ ਕੋਲੋਂ ਉਹ ਗੁਰੂ ਸਾਹਿਬ ਕੋਲੋਂ, ਕਿ ਸਾਡੇ ਕੋਲ ਮਨੁੱਖ ਥੋੜ੍ਹੀ ਕੋ ਮਾਫੀ ਮੰਗਣੀ ਆ, ਗੁਰੂ ਸਾਹਿਬ ਕੋਲ ਮੰਗਣੀ ਆ, ਤੇ ਗੁਰੂ ਸਾਹਿਬ ਕੋਲੋਂ ਉਹ ਮਾਫੀ ਮੰਗਣ ਕਿਸੇ ਗੁਰੂ ਘਰ ਦੇ ਵਿੱਚ ਜਾ ਕੇ, ਕਿਉਂਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਸਿਧਾਂਤ ਮਰਿਆਦਾ, ਉੱਥੇ ਪਤਤ ਸਿੱਖ ਜਿਹੜਾ ਵਾ ਉਹਨੂੰ ਤਨਖਾਹ ਨਹੀਂ ਲੱਗ ਸਕਦੀ ਜਾਂ ਪੇਸ਼ ਨਹੀਂ ਹੋ ਸਕਦਾ। ਪਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕਰਕੇ ਨਕਮਸਤਕ ਹੋ ਕੇ ਤੇ ਨੀਵੇਂ ਹੋ ਕੇ ਝੁਕ ਕੇ ਮਾਫੀ ਮੰਗਣ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਕੋਈ ਪਰਹੇਜ਼ ਨਹੀਂ ਹੋਣਾ ਚਾਹੀਦਾ। ਜੇਕਰ ਉਹ ਨਹੀਂ ਮੰਨਦੇ, ਜੇ ਉਹ ਆਪਣੇ ਈਗੋ ਤੇ ਖੜੇ ਰਹਿੰਦੇ ਨੇ, ਮੈਨੂੰ ਲੱਗਦਾ ਫਿਰ ਉਹਨਾਂ ਦਾ ਹੰਕਾਰ ਜਿਹੜਾ ਵਾ ਉਹ ਉਹਨਾਂ ਦਾ ਬੋਲੂਗਾ। ਕਿਆ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ? 295 ਦਾ ਮਾਮਲਾ ਦਰਜ ਹੋ ਸਕਦਾ? ਨਹੀਂ, ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਵੀ ਜੇਕਰ ਉਹਨਾਂ ਦੇ ਵੱਲੋਂ ਨਹੀਂ ਕੋਈ ਸਪਸ਼ਟੀਕਰਨ ਦਾ, ਫਿਰ ਜੋ ਅਸੀਂ ਕਾਨੂੰਨੀ ਕਾਰਵਾਈ ਵਾਸਤੇ ਸਾਨੂੰ ਚਾਰਜੋਈ ਕਰਨੀ ਪਊਗੀ, ਅਸੀਂ ਜ਼ਰੂਰ ਕਰਾਂਗੇ। ਇੱਕ ਨੀਟੂ ਸ਼ਟਰਾਂ ਵਾਲੇ ਦੀ ਵੀਡੀਓ ਵਾਇਰਲ ਹੋਈ ਸੀ, ਉਸ ਤੋਂ ਬਾਅਦ ਤੁਹਾਡੇ ਕੋਲ ਮਾਫੀ ਮੰਗਣ ਪਹੁੰਚਿਆ ਸੀਗਾ, ਤੁਹਾਡੇ ਕੋਲ ਨਹੀਂ, ਸਿੱਖ ਸੰਗਤਾਂ ਕੋਲ ਮਾਫੀ ਮੰਗਣ ਵਾਸਤੇ ਪਹੁੰਚਿਆ ਸੀਗਾ, ਸੌਰੀ ਮੈਨੂੰ ਮਾਫ ਕਰਨਾ, ਕਿਉਂਕਿ ਉਹਨੇ ਕਿਹਾ ਸੀਗਾ ਕਿ ਮੇਰੇ ਕੋਲ ਗਲਤੀ ਦੇ ਨਾਲ ਬੋਲਿਆ ਗਿਆ। ਕਿਆ ਲੱਗਦਾ ਨਹੀਂ ਕਿ ਜੇ ਨੀਟੂ ਸ਼ਟਰਾਂ ਵਾਲਾ ਤੁਹਾਡੇ ਕੋਲ ਆ ਕੇ ਜਾਂ ਤੁਹਾਡੇ ਸਿੱਖ ਸੰਗਤਾਂ ਕੋਲ ਆਪਣੇ ਕੋਲ ਆ ਕੇ ਮਾਫੀ ਮੰਗ ਸਕਦਾ ਤੇ ਇਹਨਾਂ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ? ਅਸੀਂ ਵੇਖੋ ਬਾਰ-ਬਾਰ ਸਪਸ਼ਟ ਕਰਦੇ ਹਾਂ, ਅਸੀਂ ਕਿਸੇ ਨੂੰ ਨੀਵਾਂ ਦਿਖਾ ਕੇ ਕੋਈ ਸਾਨੂੰ ਬੈਨੀਫਿਟ ਨਹੀਂ ਮਿਲਣਾ, ਜਾਂ ਅਸੀਂ ਕੋਈ ਪਬਲਿਸਿਟੀ ਸਟੰਟ ਵਾਸਤੇ ਥੋੜ੍ਹੀ ਕਰਦੇ ਹਾਂ ਵੀ ਫਲਾਣੇ ਬੰਦੇ ਨੂੰ ਅਸੀਂ ਮਾਫੀ ਮੰਗਾ ਕੇ ਕੋਈ ਸਾਨੂੰ ਪਬਲਿਸਿਟੀ ਮਿਲ ਜਾਣੀ। ਅਸੀਂ ਤਾਂ ਸੇਵਾ ਕਰਦੇ ਹਾਂ ਤੇ ਪਬਲਿਸਿਟੀ ਸਾਨੂੰ ਲੈਣ ਦੀ ਲੋੜ ਨਹੀਂ। ਮਹਾਰਾਜ ਦੀ ਬੜੀ ਕਿਰਪਾ, ਸਾਰੀ ਸੰਗਤ ਜਾਣਦੀ ਆ ਅਸੀਂ ਕੀ ਕਰਦੇ ਹਾਂ, ਕਿਵੇਂ ਕਰਦੇ ਹਾਂ। ਪਰ ਸਾਡਾ ਜਿਹੜਾ ਫਰਜ਼ ਆ, ਅਸੀਂ ਇੱਕ ਸੇਵਾਦਾਰ ਹਾਂ ਤੇ ਚੌਕੀਦਾਰ ਹਾਂ, ਸਾਡਾ ਹੋਕਾ ਦੇਣ ਦਾ ਫਰਜ਼ ਆ, ਅਸੀਂ ਹੋਕਾ ਦਿੰਦੇ ਹਾਂ, ਗਲਤ ਨੂੰ ਗਲਤ ਕਹਿੰਦੇ ਆ। ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ ਕਿ ਉਹ ਆਪਣੀ ਜਿਹੜੀ ਗਲਤੀ ਨੇ, ਉਹ ਗਲਤੀ ਕੀਤੀ ਹੋਈ ਆ ਕਿ ਨੀਵਾਂ ਹੋ ਕੇ ਮੰਨਦੇ ਨੇ। ਜੇ ਨਹੀਂ ਮੰਨਦੇ ਤਾਂ ਫਿਰ ਸਾਨੂੰ ਇਹ ਲੱਗੂਗਾ ਵੀ ਜਾਣ ਬੁੱਝ ਕੇ ਕੀਤਾ ਗਿਆ ਵਾ, ਇਹ ਤਾਂ ਮਤਲਬ ਉਹਨਾਂ ਦੀ ਭਾਵਨਾ ਗਲਤ ਸੀ। ਜੇ ਉਹਨਾਂ ਦੀ ਭਾਵਨਾ ਨਹੀਂ ਸੀ ਗਲਤ, ਉਹਨਾਂ ਦੇ ਮੂੰਹੋਂ ਅਚਾਨਕ ਨਿਕਲੇ ਸ਼ਬਦ ਨੇ, ਜਿਵੇਂ ਕਿ ਬੰਦਾ ਫਲੋਜ ਬੋਲ ਰਿਹਾ ਹੁੰਦਾ ਤਾਂ ਨਿਕਲ ਗਏ, ਪਰ ਗੁਰਬਾਣੀ ਦੀ ਉਹ ਵਰਤੋਂ ਕਿਉਂ, ਕਿਤੇ ਨਾ ਕਿਤੇ ਸਵਾਲ ਵੀ ਪੈਦਾ ਹੁੰਦਾ। ਪਰ ਜੇਕਰ ਹੋਈ ਹੈ ਗਲਤੀ ਅਣਜਾਣ ਚ, ਉਹ ਸੰਗਤ ਕੋਲੋਂ ਮਾਫੀ ਮੰਗਣ। ਜੇ ਨਹੀਂ ਮੰਗਦੇ ਤੇ ਫਿਰ ਜਿਵੇਂ ਗੁਰੂ ਸਾਹਿਬ ਹੁਕਮ ਕਰਨਗੇ, ਜਿਸ ਤਰੀਕੇ ਨਾਲ ਵਿਰੋਧ ਕਰ ਸਕਾਂਗੇ, ਕਰਾਂਗੇ ਜ਼ਰੂਰ। ਪਰਵਾਨਾ ਜੀ ਵੀ ਇੱਕ ਸਟੇਜ ਸਾਂਝੀ ਕਰ ਰਹੇ ਸੀਗੇ, ਉਹਨਾਂ ਦੇ ਮੂੰਹ 'ਚੋਂ ਵੀ ਕੁਝ ਗਲਤ ਪੰਕਤੀਆਂ ਨਿਕਲੀਆਂ ਸੀਗੀਆਂ ਕਿਸੇ ਜਗ੍ਹਾ ਤੇ ਸ਼ੰਭੂ ਬੈਰੀਅਰ ਦੇ ਉੱਤੇ ਜਿਹੜਾ ਸੀ ਕਰ ਰਹੇ ਸੀਗੇ। ਕਿਆ ਲੱਗਦਾ ਹੈ ਕਿ ਸਾਨੂੰ ਗੁਰਬਾਣੀ ਦੀ ਵਰਤੋਂ ਉਦੋਂ ਕਰਨੀ ਚਾਹੀਦੀ ਹੈ ਜਦੋਂ ਸਾਨੂੰ ਪਤਾ ਇਹਨੂੰ ਅਸੀਂ ਯੂਜ਼ ਕਰਨਾ ਚਾਹੁੰਦੇ ਹਾਂ, ਰਾਦਰ ਦੈਨ ਅਸੀਂ ਕਿਸੇ ਜਗ੍ਹਾ ਤੇ ਪ੍ਰੋਟੈਸਟ ਤੇ ਬੈਠੇ ਉੱਥੇ ਵੀ ਗੁਰਬਾਣੀ ਯੂਜ਼ ਹੋ ਰਹੀ ਹੈ, ਕਿਸੇ ਮੋਰਚਾ ਖੋਲ੍ਹਿਆ ਉੱਥੇ ਵੀ ਸਾਡੀ ਗੁਰਬਾਣੀ ਯੂਜ਼ ਹੋਈ। ਕਿਆ ਲੱਗਦਾ ਹੈ ਕਿ ਉਸ ਚੀਜ਼ ਨੂੰ ਕੁਰਾਨ ਦੇ ਬਾਰੇ ਉਹਨਾਂ ਨੇ ਬੋਲਿਆ ਸੀਗਾ, ਕਿਆ ਲੱਗਦਾ ਹੈ ਕਿ ਸਾਨੂੰ ਸੋਚ ਸਮਝ ਕੇ ਸਭ ਕੁਝ ਬੋਲਣਾ ਚਾਹੀਦਾ? ਮੈਂ ਉਹੀ ਚੀਜ਼ ਕਹਿ ਰਿਹਾ। ਵੇਖੋ, ਸਾਨੂੰ ਪਹਿਲੀ ਗੱਲ ਤਾਂ ਇਹ ਵੀ ਜਦੋਂ ਅਸੀਂ ਕਿਸੇ ਰਾਸ਼ਟਰੀ ਸਟੇਜ ਤੇ ਖੜੇ ਹਾਂ, ਸਾਨੂੰ ਉੱਥੇ ਇਹੋ ਜਿਹੀਆਂ ਗੱਲਾਂ ਆਪਣੀਆਂ ਜਦੋਂ ਕਰ ਰਹੇ ਹੁੰਦੇ ਆ, ਕਿਸੇ ਦੀ ਮੰਨ ਲਓ ਨਿੰਦਿਆ ਹੀ ਕਰ ਰਿਹਾ ਕੋਈ, ਉੱਥੇ ਨਿੰਦਿਆ ਕਰਦੇ ਆ ਕਿ ਤੁਸੀਂ ਗੁਰਬਾਣੀ ਦੀ ਪੰਕਤੀ ਚੱਕ ਕੇ ਕੋਟ ਕਰ ਦਿੰਦੇ ਹੋ, ਉਹ ਵੀ ਗੁਰਬਾਣੀ ਦੀ ਬੇਅਦਬੀ ਆ। ਜਾਂ ਤੁਸੀਂ ਆਪਣੇ ਭਾਸ਼ਣ ਦੇ ਵਿੱਚ ਨਿੱਜੀ ਮਫਾਦ ਹੋ ਗਏ। ਮੈਂ ਮੰਨ ਲਓ ਕਿਤੇ ਭਾਸ਼ਣ ਦੇ ਰਿਹਾ, ਆਪਣੇ ਵਾਸਤੇ ਦੇ ਰਿਹਾ ਨਾ, ਲੋਕਾਂ ਨੂੰ ਸੁਣਾ ਰਿਹਾ ਆਪਣਾ ਭਾਸ਼ਣ, ਉੱਥੇ ਮੈਂ ਕੋਈ ਗੁਰਬਾਣੀ ਦੀ ਪੰਕਤੀ ਚੱਕ ਕੇ ਕੋਟ ਕਰਦਾ ਵਾਂ, ਉਹ ਵਰਤੋਂ ਕਰ ਰਿਹਾ, ਇਹਦਾ ਮਤਲਬ ਮੈਂ ਆਪਣੇ ਨਿੱਜੀ ਮਫਾਦਾਂ ਵਾਸਤੇ ਵਰਤ ਰਿਹਾ, ਨਹੀਂ ਚਾਹੀਦਾ। ਇਹ ਬਿਲਕੁਲ ਗਲਤ ਆ, ਗੁਰਬਾਣੀ ਦੀ ਬੇਅਦਬੀ ਆ। ਪਵਿੱਤਰ ਗੁਰਬਾਣੀ ਦਾ ਇੱਕ ਬਹੁਤ ਸਤਿਕਾਰ ਆਪਣੇ
ਧੁਰ ਦਰਗਾਹੋਂ ਪ੍ਰਗਟ ਹੋਈ ਗੁਰੂ ਸਾਹਿਬ ਨੇ ਬਖਸ਼ੀ ਆ, ਫਿਰ ਆਪਣਾ ਗੁਰੂ ਆ, ਗੁਰਬਾਣੀ ਗੁਰੂ ਆ। ਤੇ ਇਸ ਤਰੀਕੇ ਨਾਲ ਜਿਹੜਾ ਇਹ ਕਰਦੇ ਨੇ, ਮੈਨੂੰ ਲੱਗਦਾ ਕੋਈ ਵੀ ਹੋਵੇ, ਚਾਹੇ ਉਹ ਰਾਜਸੀ ਨੇਤਾ, ਕੋਈ ਧਾਰਮਿਕ ਨੇਤਾ ਜਾਂ ਕੋਈ ਮਨੁੱਖ, ਉਹਨੂੰ ਗੁਰਬਾਣੀ ਦੀ ਵਰਤੋਂ ਆਪਣੇ ਨਿੱਜੀ ਮਫਾਦਾਂ ਵਾਸਤੇ ਨਹੀਂ ਕਰਨੀ ਚਾਹੀਦੀ। ਸਮਾਂ ਡਿਪੈਂਡ ਕਰਦਾ ਵੀ ਤੁਸੀਂ ਕਿਸ ਕਨਸੈਪਟ ਦੇ ਉੱਤੇ ਬੋਲ ਰਹੇ ਹੋ, ਉਸ ਕਿਸ ਭਾਵਨਾ। ਹੁਣ ਕੋਈ ਕਥਾਵਾਚਕ ਆ, ਕੋਈ ਪ੍ਰਚਾਰਕ ਕਥਾ ਕਰ ਰਿਹਾ, ਪ੍ਰਚਾਰ ਉੱਥੇ ਗੁਰਬਾਣੀ ਦੀ ਵਰਤੋਂ ਕਰਨੀ ਜਾਇਜ਼ ਆ, ਕਿਉਂਕਿ ਪ੍ਰਚਾਰ ਕਰ ਰਿਹਾ ਗੁਰਮਤਿ ਦਾ। ਪਰ ਕੋਈ ਰਾਜਸੀ ਬੰਦਾ ਆਪਣੇ ਰਾਜਸੀ ਭਾਸ਼ਣਾਂ ਦੇ ਵਿੱਚ ਗੁਰਬਾਣੀ ਦੀ ਵਰਤੋਂ, ਜਾਂ ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ, ਕਈ ਮੈਂ ਦੇਖੇ ਨੇ ਉਹ ਕਿਸੇ ਨੂੰ ਨੀਵਾਂ ਵਿਖਾਉਣ ਵਾਸਤੇ ਗੁਰਬਾਣੀ ਦੀ ਕੋਈ ਪੰਕਤੀ ਜਾ ਕੇ ਕੋਟ ਕਰ ਦਿੰਦੇ ਨੇ, ਜਿਹੜਾ ਬੜਾ ਮੰਦਭਾਗਾ ਤੇ ਹੋਣਾ ਨਹੀਂ ਚਾਹੀਦਾ। ਅਸੀਂ ਡਟ ਕੇ ਦਾ ਵਿਰੋਧ ਕਰਦੇ ਹਾਂ। ਅੱਗੇ ਤੋਂ ਵੀ ਗੁਰੂ ਸਾਹਿਬ ਕਿਰਪਾ ਕਰਨ, ਜੇਕਰ ਕੋਈ ਬੋਲਦਾ ਸਾਡੇ ਸਾਹਮਣੇ ਸਾਨੂੰ ਲੱਗ ਗਿਆ, ਅਸੀਂ ਮੌਕੇ ਤੇ ਵਿਰੋਧ ਕਰਾਂਗੇ ਉਹਦਾ। ਲਾਸਟ ਕੁਐਸਚਨ ਹੈ ਮੇਰਾ ਜੀ, ਤੁਸੀਂ ਜਦੋਂ ਦਾ ਮੋਰਚਾ ਚੁੱਕਿਆ ਗਿਆ ਉਸ ਤੋਂ ਬਾਅਦ ਕਮੈਂਟਸ ਬੜੇ ਹੋਰ ਸਿਸਟਮ ਦੇ ਨਾਲ ਆ ਰਹੇ ਨੇ, ਕਿਆ ਲੱਗਦਾ ਕਿ ਮੋਰਚਾ ਲਾਉਣ ਦੀ ਦੁਬਾਰਾ ਜ਼ਰੂਰਤ ਹੈ ਕਿ ਨਹੀਂ ਹੈ? ਜੇਕਰ ਹੈ ਤਾਂ ਕਦੋਂ ਤੱਕ ਮੋਰਚਾ ਲੱਗ ਸਕਦਾ, ਜੇ ਨਹੀਂ ਹੈ ਤਾਂ ਕਿਉਂ ਨਹੀਂ ਹੈ? ਮੋਰਚੇ ਵਾਸਤੇ ਇੱਕ 7 ਮੈਂਬਰੀ ਕਮੇਟੀ ਉਹਨਾਂ ਦੇ ਵੱਲੋਂ ਗਠਿਤ ਕੀਤੀ ਗਈ। ਦਾਸ ਉਹਦਾ ਹਿੱਸਾ ਨਹੀਂ, ਕਿਉਂਕਿ ਮੈਂ ਇੱਕ ਸੇਵਾਦਾਰ ਹੋਣ ਦੇ ਨਾਤੇ, ਮੈਂ ਕਮੇਟੀਆਂ 'ਚ ਟਰਸਟ ਨਹੀਂ ਕਰਦਾ। ਮੈਂ ਇੱਕ ਸੇਵਾਦਾਰ ਹੋਣ ਦੇ ਨਾਲ ਜਿੰਨਾ ਕਿ ਮੇਰੇ ਕੋਲ ਹੋ ਸਕੇ ਮੈਂ ਸੇਵਾ ਕਰਦਾ। ਮੈਨੂੰ ਲੱਗਦਾ ਕਿ ਇਹ ਵੈਸੇ ਸਵਾਲ ਤਾਂ ਉਹਨਾਂ ਦਾ ਵਾ, ਪਰ ਸ਼ਾਇਦ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੇ 15 ਤਰੀਕ ਅਨਾਉਂਸ ਕੀਤੀ ਆ ਕਿ 15 ਨੂੰ ਇੱਕ ਅਰਦਾਸ ਦਿਵਸ ਜਿਹੜਾ ਅਰਦਾਸ ਕਰਨਗੇ ਸ਼੍ਰੀ ਅਕਾਲ ਤਖਤ ਸਾਹਿਬ, ਤੇ 15 ਤਰੀਕ ਨੂੰ ਉਹ ਅਨਾਉਂਸ ਕਰਨਗੇ ਕਿ ਮੋਰਚੇ ਦੀ ਜਿਹੜੀ ਅਗਲੀ ਰੂਪਰੇਖਾ ਕੀ ਆ। ਲੇਕਿਨ ਜੋ ਕਮੈਂਟਸ ਆ ਰਹੇ ਨੇ ਉਹਨੂੰ ਤੇ ਵੇਖ ਕੇ ਆਪਾਂ ਜਸਟੀਫਾਈ ਕਰ ਸਕਦੇ ਨਾ ਜੀ ਕਿ ਲੋਕ ਕਹਿ ਰਹੇ ਨੇ ਪ੍ਰੈਸ਼ਰਾਈਜ਼ ਕਰਕੇ ਜਾਣ ਕੇ ਮੋਰਚਾ ਖਤਮ ਕਰ ਦਿੱਤਾ ਗਿਆ, ਇੰਨੀਆਂ ਡਾਂਗਾ ਪਈਆਂ, ਹਜੇ ਤੱਕ ਸਿੱਖ ਸੰਗਤ ਬੋਲਦੀ ਨਹੀਂ ਪਈ ਕੁਝ ਵੀ। ਕਿਆ ਲੱਗਦਾ ਨਹੀਂ ਕਿ ਪ੍ਰੈਸ਼ਰਾਈਜ਼ ਕੁਝ ਹੈ, ਸਿਸਟਮ ਆ ਗਿਆ? ਮੈਂ ਕਹਿੰਦਾ ਭਾਜੀ ਫੇਸਬੁੱਕ ਤੇ ਕਮੈਂਟ ਕਰਨੇ ਬੜੇ ਸੌਖੇ ਨੇ ਤੇ ਖੜਨਾ ਗਰਾਊਂਡ ਤੇ ਬੜਾ ਔਖਾ ਜੇ। ਕਹਿ ਦੇਣਾ ਬੜਾ ਸੌਖਾ ਹੁੰਦਾ ਵਾ, ਇਹਨੂੰ ਸਿੰਘ ਨੂੰ ਕਹਿ ਦੂਗਾ ਜੀ ਇਹ ਰਲਿਆ ਹੋਇਆ, ਮੈਨੂੰ ਕਹਿ ਦੂਗਾ ਰਲਿਆ ਹੋਇਆ, ਜਾਂ ਇਹ ਵਿਕ ਗਿਆ। ਕਹਿ ਦੇਣ ਦੀ ਕਿਹੜੀ ਗੱਲ ਆ? 1.5 GB ਡਾਟਾ ਮਿਲਦਾ, ਜੋ ਮਰਜ਼ੀ ਲਿਖੀ ਜਾਓ। ਸਵਾਦ ਇਹ ਵੀ ਡਾਂਗ ਲੈ ਕੇ ਖੜ੍ਹਨ ਦਾ ਕਿਹੜੀ ਜ਼ਰੂਰਤ ਆ? ਜਦੋਂ ਅਗਲੇ ਬੰਨੇ 500 ਬੰਦਾ ਡਾਂਗਾ ਲੈ ਖੜੇ ਨਾ, ਪਿਛਲੇ ਬੰਨੇ 5 ਲੜਨ ਵਾਲੇ ਖੜੇ ਹੋਣ, ਉਦੋਂ ਪਤਾ ਲੱਗਦਾ ਕਿਹੜਾ ਖੜਦਾ ਕਿਹੜਾ ਭੱਜਦਾ। ਇਸ ਕਰਕੇ ਇਹਨਾਂ ਗੱਲਾਂ 'ਚ ਅਸੀਂ ਨਹੀਂ ਪੈਂਦੇ, ਨਾ ਅਸੀਂ ਜਵਾਬ ਦਿੰਦੇ ਹਾਂ ਕਿਸੇ ਨੂੰ। ਸਾਡੇ ਖਿਲਾਫ ਬੋਲਦੇ ਵੀ ਨੇ, ਪੋਸਟਾਂ ਵੀ ਪਾਉਂਦੇ ਨੇ, ਪਰਵਾਹ ਨਹੀਂ ਕਰਦੀ ਜੀ। ਗੁਰੂ ਸਾਹਿਬ ਨੂੰ ਜਵਾਬ ਦੇ ਆ, ਕਿਸੇ ਮਨੁੱਖ ਨੂੰ ਨਹੀਂ। ਜੇਕਰ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ, ਜੇਕਰ ਅਸੀਂ, ਮੈਂ ਆਪਣੀ ਗੱਲ ਕਰਦਾ, ਜੇਕਰ ਮੈਂ ਤੁਹਾਡੇ ਨਾਂ ਦੀ ਵਰਤੋਂ ਆਪਣੇ ਨਿੱਜੀ ਮਫਾਦਾਂ ਵਾਸਤੇ ਕਰਾਂ, ਸਿਆਸਤ ਕਰਾਂ, ਤਾਂ ਮੇਰਾ ਬੇੜਾ ਗਰਕ ਕਰ ਦਿਓ। ਤੇ ਜੇਕਰ ਕੋਈ ਕਰੇ ਤੇ ਫਿਰ ਤੁਸੀਂ ਕਿਰਪਾ ਕਰਿਓ, ਅਸੀਂ ਫਿਰ ਵੀ ਅਰਦਾਸ ਕਰਾਂਗੇ, ਭਲਾ ਹੀ ਕਰਿਓ। ਸੋ ਇਹ ਸਨ ਪਰਮਜੀਤ ਸਿੰਘ ਅਕਾਲੀ, ਜਿਨ੍ਹਾਂ ਵੱਲੋਂ ਯੋਗਰਾਜ ਸਿੰਘ ਹੁਣਾਂ ਤੇ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਧਾਰਮਿਕ ਜਿਹੜੀ ਹੈ ਉਹ ਪੰਕਤੀ ਜੇ ਇਸਤੇਮਾਲ ਕਰਨ ਵਾਸਤੇ ਹਮੇਸ਼ਾ ਹੀ ਸੋਚ ਵਿਚਾਰ ਕਰ ਲੈਣਾ ਚਾਹੀਦਾ, ਤਾਂ ਜੋ ਕਿ ਉਹਨਾਂ ਵੱਲੋਂ ਜਿਹੜੀਆਂ ਧਾਰਮਿਕ ਜਿਹੜੀਆਂ ਭਾਵਨਾਵਾਂ ਉਹ ਠੇਸ ਨਾ ਪਹੁੰਚ ਸਕਣ। ਲੇਕਿਨ ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਜੀ ਦਾ ਸੁਪੁੱਤਰ ਰੱਖਦੇ ਨੇ ਤੇ ਜਲਦ ਹੀ ਉਹਨਾਂ ਕੋਲੋਂ ਮਾਫੀ ਵੀ ਮੰਗੀ ਜਾ ਸਕਦੀ ਹੈ। ਲੇਕਿਨ ਜੇਕਰ ਨਹੀਂ ਮੰਗਦੇ ਤਾਂ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਜਾ ਸਕਦਾ ਹੈ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸਿਆਸੀ ਜਿਹੜੇ ਸਿਆਸਤ ਖੇਲਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਤੋਂ ਗੁਰੇਜ਼ ਜ਼ਰੂਰ ਲੈਣਾ ਚਾਹੀਦਾ ਹੈ। ਕੈਮਰਾਮੈਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।